ਤੇ ਸਭ ਤੋਂ ਪਹਿਲਾਂ ਰੁਕ ਕਰਾਂਗੇ ਪੰਜਾਬ ਸਰਕਾਰ ਦੇ ਵੱਲੋਂ ਪੰਚਾਇਤੀ ਜ਼ਮੀਨਾਂ ਦੇ ਉੱਤੇ ਕਬਜ਼ੇ ਜੋ ਨੇ ਉਹ ਲਗਾਤਾਰ ਹਟਾਏ ਜਾ ਰਹੇ ਨੇ। ਮੁਹਿੰਮ ਜੋ ਚਲਾਈ ਗਈ ਆ ਉਹ ਲਗਾਤਾਰ ਜਾਰੀ ਹੈ ਤੇ ਇਸੇ ਕਦਮ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਕਦਮ ਚੁੱਕਿਆ ਗਿਆ ਕਿ ਪੰਜਾਬ ਦੇ ਜੋ ਕਿਸਾਨ ਨੇ ਉਹਨਾਂ ਨੂੰ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ, ਕਿਉਂਕਿ ਅਜਿਹੇ ਕਈ ਕਿਸਾਨ ਨੇ ਜਿਨ੍ਹਾਂ ਦੇ ਕੋਲ ਪੰਚਾਇਤੀ ਜ਼ਮੀਨ ਪਿਛਲੇ ਲੰਬੇ ਸਮੇਂ ਤੋਂ ਹੈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕੁਝ ਅਜਿਹੇ ਕਿਸਾਨ ਵੀ ਨੇ ਜਿਨ੍ਹਾਂ ਦੇ ਕੋਲ ਬੰਜਰ ਜ਼ਮੀਨ ਸੀ ਉਸ ਨੂੰ ਉਹਨਾਂ ਨੇ ਉਪਜਾਊ ਖੁਦ ਬਣਾਇਆ ਹੈ। ਤੇ ਇਸੇ ਕੜੀ ਦੇ ਤਹਿਤ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਅੱਜ ਮੋਹਾਲੀ ਸਥਿਤ ਗੁਰਦੁਆਰਾ ਅੰਬ ਸਾਹਿਬ ਦੇ ਵਿੱਚ ਇੱਕ ਮੁਹਿੰਮ ਚਲਾਈ ਗਈ ਹੈ, ਜਿਸ ਦੇ ਵਿੱਚ ਪੰਜਾਬ ਭਰ ਤੋਂ ਕਿਸਾਨ ਪਹੁੰਚ ਰਹੇ ਨੇ, ਜਿਨ੍ਹਾਂ ਦੀਆਂ ਜ਼ਮੀਨਾਂ ਨੂੰ ਲੈ ਕੇ ਉਹਨਾਂ ਨੂੰ ਸਰਕਾਰ ਦੇ ਵੱਲੋਂ ਨੋਟਿਸ ਭੇਜਿਆ ਜਾ ਚੁੱਕਾ ਹੈ ਤੇ ਅੱਗੇ ਉਹਨਾਂ ਦੇ ਵੱਲੋਂ ਵੀ ਕੀ ਐਕਸ਼ਨ ਲਿਆ ਜਾਵੇਗਾ ਇਹ ਦੇਖਣਾ ਹੋਵੇਗਾ, ਕਿਉਂਕਿ ਅਜਿਹੇ ਕਈ ਕਿਸਾਨ ਨੇ ਜਿਨ੍ਹਾਂ ਨੇ ਨੋਟਿਸ ਆਏ ਨੇ ਤੇ ਉਹ ਜੇਕਰ ਜਮ੍ਹਾਂਬੰਦੀ ਅਤੇ ਗੋਦਾਵਰੀ ਵੇਖੀ ਜਾਵੇ ਤਾਂ ਉਹਨਾਂ ਦੇ ਵਿੱਚ ਉਹਨਾਂ ਨੂੰ ਜ਼ਮੀਨ ਦਾ ਜੋ ਮਾਲਕਾਨਾ ਹੱਕ ਹੈ ਉਹ ਮਿਲਿਆ ਹੋਇਆ, ਪਰ ਉਹਨਾਂ ਨੂੰ ਸਰਕਾਰ ਦੇ ਵੱਲੋਂ ਜੋ ਹੈ ਉਹ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਕਿ ਉਹਨਾਂ ਦੀ ਜੋ ਜ਼ਮੀਨ ਹੈ ਉਸ ਨੂੰ ਛੁਡਵਾਇਆ ਜਾਵੇਗਾ। ਸੋ ਜਿਸ ਨੂੰ ਲੈ ਕੇ ਅੰਬ ਸਾਹਿਬ ਦੇ ਵਿੱਚ ਲਗਾਤਾਰ ਕਿਸਾਨ ਪਹੁੰਚਦੇ ਨਜ਼ਰ ਆ ਰਹੇ ਨੇ। पंजाब सरकार की तरफ से अगर हम सीधे तौर पे कहें तो पंचायती ज़मीनों से कब्जे हटाने की बात की जा रही है। पूरे पंजाब से अलग अलग जगह कब्जे हटाए जा रहे हैं, पर अब इसको लेकर एक बड़ा बवाल खड़ा होता नज़र आ रहा है। बवाल क्या है? सवाल ये है कि कई ऐसी ज़मीनें हैं जो कमर्शियल भी आती हैं, प्राइवेट भी आती हैं, खुद किसानों की ज़मीनें जिसमें सरकारी बाकायदा रिकॉर्ड में कहा जा रहा है कि वो प्राइवेटली ओन्ड है, पर अब जब खुद किसानों के पास नोटिस आ रहे हैं तो उनके ऊपर सवाल खड़ा होगा कि हमारी ज़मीनें जो एक पिछले लंबे समय से हमारे पास है वो ऑन रिकॉर्ड अचानक से वो सरकारी कैसे हो गए। इसको लेकर हम लोग भी खड़े हैं मोहाली के गुरुद्वारा अंब साहब, जहाँ पे पूरे पंजाब से किसान यहाँ पे आ रहे हैं, अपनी अपनी डॉक्यूमेंट्स प्रूफ लेके आ रहे हैं, जिसमें वो कह रहे हैं कि हमारे पास बाकायदा डॉक्यूमेंट्री प्रूफ्स हैं कि ये ज़मीनें हमारे नाम पे, पर उसके बावजूद भी हमें नोटिस आ गया। तो आप देख सकते हैं कि यहाँ पे लोग पंजाब से यहाँ पे लोग पहुँचे, उनसे ही बात करते हैं, उनसे जानते हैं कि वो लोग कहाँ से आए हैं, उनकी ज़मीन को लेकर क्या सवाल खड़े किए जा रहे हैं। तो यहाँ पे हमारे कुछ अधिकारी, उनसे बात करते हैं। जी सर, कदम क्या है, सवाल कहाँ खड़ा हो रहा है? पंचायती जैसे सरकार कह रही है हम अवैध कब्जे हटा रहे हैं, पर यहाँ पे अब कई लोगों की अपनी अपनी ज़मीनों पे भी सवाल खड़े हो गए हैं, वो कैसे हो रहा है? मैं कमलप्रीत सिंह पन्नू, जनरल ਸਕੱਤਰ SSM। ਅਸੀਂ SSM ਵੱਲੋਂ ਉਹਨਾਂ ਪੀੜਤਾਂ ਨੂੰ ਸੱਦਿਆ ਸੀ ਅੱਜ ਜਿਹੜੇ ਜ਼ਮੀਨਾਂ ਆਬਾਦ ਕਰਕੇ ਬੈਠੇ ਆ। ਬੰਜਰ ਜ਼ਮੀਨਾਂ ਉਹਨਾਂ ਤੇ ਕਾਈ ਸੀ, ਕਾਨੇ ਸੀ, ਝੱਲ ਸੀ, ਉਹ ਜ਼ਮੀਨਾਂ ਆਬਾਦ ਕੀਤੀਆਂ। ਉਹ ਬੰਜਰ ਜ਼ਮੀਨਾਂ ਜਿਹੜੀਆਂ ਪੈਦਾਵਾਰ ਦੇਣ ਦੇ ਯੋਗ ਨਹੀਂ ਸੀ ਉਹਨਾਂ ਨੂੰ ਪੈਦਾਵਾਰ ਦੇ ਯੋਗ ਬਣਾਇਆ। ਅੱਜ ਮਤਲਬ ਸਰਕਾਰ ਉਹ ਲੋਕ ਜਿਹੜੇ ਅਸਰ ਰਸੂਖ ਰੱਖ ਕੇ ਪੰਚਾਇਤੀ ਜ਼ਮੀਨਾਂ ਦੱਬੀ ਬੈਠੇ ਆ, ਉੱਥੇ ਗੋਦਾਮ ਬਣਾਏ ਬੈਠੇ, ਦੁਕਾਨਾਂ ਬਣਾਈ ਬੈਠੇ ਆ, ਉਹਨਾਂ ਦੇ ਖਿਲਾਫ ਕੋਈ ਨੋਟਿਸ ਨਹੀਂ, ਕਿਉਂਕਿ ਅਸਰ ਰਸੂਖ ਵਾਲੇ ਆ। ਜਿਹੜੇ ਗਰੀਬ ਲੋਕ ਜਿਨ੍ਹਾਂ ਦੀ ਕੋਈ ਢੋਈ ਨਹੀਂ, ਕੋਈ 5 ਮਰਲੇ ਤੇ ਬੈਠਾ, ਕੋਈ 10 ਮਰਲੇ ਤੇ ਬੈਠਾ ਵਾ, ਉਹਨਾਂ ਦਾ ਜਿਹੜਾ ਕਰਨ ਜਾ ਰਿਹਾ, ਜਾਂ ਉਹ ਕਿਸਾਨ ਜਿਨ੍ਹਾਂ ਨੇ ਬਹੁਤ ਮਿਹਨਤ ਨਾਲ ਉਹ ਜ਼ਮੀਨਾਂ ਆਬਾਦ ਕੀਤੀਆਂ ਭੁੱਖੇ ਰਹਿ ਕੇ, ਉਹਨਾਂ ਨੂੰ ਨੋਟਿਸ ਭੇਜ ਰਹੇ ਆ। ਗਰਦੌਰੀਆਂ ਉਹਨਾਂ ਦੇ ਨਾਂ, ਇੰਤਕਾਲ ਉਹਨਾਂ ਦੇ ਨਾਂ, ਮਾਲਕੀ ਖਾਨੇ ਜੋ ਕਿਸਾਨ ਬੈਠੇ ਆ ਉਹਨਾਂ ਨੂੰ ਨੋਟਿਸ ਭੇਜ ਰਹੇ ਕਿ ਤੁਹਾਡਾ ਘਰ ਨਹੀਂ ਛੱਡਾਂਗੇ, ਇਹ ਜ਼ਮੀਨ ਖੋਹ ਲਵਾਂਗੇ। ਅਸੀਂ SSM ਨੇ ਫੈਸਲਾ ਕੀਤਾ ਕਿ ਅਸੀਂ ਇਹਨਾਂ ਪੀੜਤਾਂ ਦੀ ਬਾਂਹ ਫੜਾਂਗੇ, ਇਹਨਾਂ ਨਾਲ ਮੋਢੇ ਨਾਲ ਮੋਢਾ ਢਾ ਕੇ ਖੜਾਂਗੇ ਤੇ ਸਾਡਾ ਲੀਗਲ ਸੈੱਲ ਉਹ ਫ੍ਰੀ ਆਫ ਕਾਸਟ ਇਹਨਾਂ ਦੀ ਮਦਦ ਕਰੂਗਾ। SSM ਇਹਨਾਂ ਦਾ ਜਿਹੜਾ ਨਹੀਂ ਹੋਣ ਦਊਗਾ। ਇੱਕ ਬੰਨੇ ਸਰਕਾਰ ਇਹ ਗੱਲ ਕਰਦੀ ਆ ਕਿ ਅਸੀਂ ਰੁਜ਼ਗਾਰ ਦੇਣਾ, ਇਹ ਤੇ ਰੁਜ਼ਗਾਰ ਖੋ ਰਹੇ ਆ। जनाब, आप कहाँ से आए हैं? आप भी यहाँ पहुँचे हैं, फाइलें दिख रही हैं, आप किधर से आए हैं? ਅਰਨੋ ਪਿੰਡ ਸਾਡਾ ਹੈਗਾ, ਸ਼ਤਰਾਣਾ ਹਲਕਾ ਪੈਂਦਾ ਹੈ, ਜਿੱਥੇ ਕੁਲਵੰਤ ਸਿੰਘ ਬਾਜੀਗਰ MLA ਕਹਿਣ ਨੂੰ ਆਪ ਦਾ ਹੈ ਪਰ ਉਹ ਕਿਸੇ ਦਾ ਵੀ ਨਹੀਂ ਹੈ। ਅਸਲ ਵਿੱਚ ਸਾਡੀ 1947 ਤੋਂ ਸਾਡੇ ਬਜ਼ੁਰਗਾਂ ਨੇ ਆ ਕੇ ਇਹ ਜ਼ਮੀਨ ਨੂੰ ਆਬਾਦ ਕੀਤਾ। ਉਹਨਾਂ ਨੇ ਭੁੱਖੇ ਰਹਿ ਕੇ, ਬਗੈਰ ਉੱਥੇ ਪਾਣੀ ਨਹੀਂ ਸੀਗਾ, ਜੰਗਲ ਸੀ, ਜੰਗਲ ਨੂੰ ਤੋੜਿਆ, ਉਸ ਉੱਚੀ ਨੀਵੀਂ ਜ਼ਮੀਨ ਨੂੰ ਪੱਧਰਾ ਕੀਤਾ। ਅੱਜ ਜ਼ਮੀਨ ਮਤਲਬ ਕਿ 4 ਦਾਣੇ ਉੱਥੋਂ ਹੋਣ ਲੱਗ ਗਏ ਨੇ। ਅਸਲ ਵਿੱਚ 2 ਵਾਰੀ ਸਾਨੂੰ ਇਹਦਾ ਮਾਲਕੀ ਹੱਕ ਵੀ ਮਿਲਿਆ ਹੋਇਆ ਜ਼ਮੀਨ ਦਾ। ਇਹ ਇੱਕ 1993 ਦੇ ਵਿੱਚ ਅਸੀਂ DDPO ਦੀ ਅਦਾਲਤ ਵਿੱਚ ਕੇਸ ਕੀਤਾ ਸੀ, ਉਹ ਸਾਡੇ ਹੱਕ ਵਿੱਚ ਹੋ ਗਿਆ। ਉਸ ਤੋਂ ਬਾਅਦ ਅਸੀਂ ਮਾਲਕੀ ਖਾਨੇ ਦੇ ਵਿੱਚ ਆ ਦੇਖੋ, ਜਿਵੇਂ ਇਹ ਵਾਲਾ ਇੱਕ ਜਮਾਬੰਦੀ ਮੈਂ ਤੁਹਾਨੂੰ ਦਿਖਾ ਰਿਹਾ, 2001 ਤੋਂ ਲੈ ਕੇ ਅਸੀਂ ਇਹਦੀ ਮਾਲਕੀ ਖਾਨੇ ਵਿੱਚ ਬੈਠੇ ਹੋਏ ਹਾਂ ਤੇ ਅੱਜ ਤੱਕ
ਇਹ ਨਵੀਂ ਸਾਡੀ ਜਮਾਬੰਦੀ ਹੈ, ਜਿਹਦੇ ਵਿੱਚ ਇਹ ਦੇਖੋ ਅੱਜ ਤੱਕ 2016-17 ਦੀ ਜਮਾਬੰਦੀ ਹੈ। ਇਹਦੇ ਵਿੱਚ ਅਸੀਂ ਮਾਲਕੀ ਖਾਨੇ ਵਿੱਚ ਅੱਜ ਤੱਕ ਅਸੀਂ ਬੈਠੇ ਹੋਏ ਹਾਂ। ਅੱਜ ਕੀ ਕੀਤਾ ਜਾ ਰਿਹਾ ਹੈ ਕਿ ਦੇਖੋ ਸਾਨੂੰ ਇਹ ਗੱਲ ਕਹੀ ਜਾ ਰਹੀ ਹੈ ਜਾਂ ਤਾਂ ਆਪਣੇ ਆਪ ਖਾਲੀ ਕਰ ਦਿਓ ਜ਼ਮੀਨ। ਨੋਟਿਸ ਦਿੱਤੇ 141 ਏਕੜ ਜ਼ਮੀਨ ਦੇ ਉੱਤੇ, ਜਿਹਦੇ ਤੇ 50 ਘਰ ਵਸੇ ਹੋਏ ਨੇ, ਬਹੁਤ ਗਰੀਬ ਪਰਿਵਾਰ ਨੇ, 10 ਮਰਲਿਆਂ ਤੱਕ ਵੀ ਇਹਨਾਂ ਨੇ ਨੋਟਿਸ ਦਿੱਤਾ। ਇਹ ਜ਼ਕਰੀਆ ਖਾਨ ਵਾਲਾ ਫਰਮਾਨ ਹੈ, ਸਰਕਾਰ ਦਾ ਫਰਮਾਨ ਨਹੀਂ ਹੈ। ਸਰਕਾਰ ਜੇ ਲੋਕਾਂ ਦੀ ਹੈ, ਲੋਕਾਂ ਨੇ ਇਹਨਾਂ ਨੂੰ ਰਾਜ ਦਿੱਤਾ ਹੈ। ਇਹ ਬਿਲਕੁਲ ਭੁੱਲ ਚੁੱਕੇ ਨੇ ਕਿ ਸ਼ਾਇਦ ਇਹ ਮਹਿਸੂਸ ਕਰ ਰਹੇ ਨੇ ਕਿ ਵੀ ਜਿਵੇਂ ਅਸੀਂ ਹੁਣ ਡਿਕਟੇਟਰਸ਼ਿਪ ਦੇ ਵਿੱਚ ਬੈਠੇ ਹੋਏ ਹਾਂ, ਇੱਕ ਧਾਲੀਵਾਲ ਤੇ ਇੱਕ ਭਗਵੰਤ ਮਾਨ, ਉੱਪਰੋਂ ਕੇਜਰੀਵਾਲ ਦਾ ਦਬਾਅ ਹੈ ਤੇ ਜੋ ਮਰਜ਼ੀ ਅਸੀਂ ਪੰਜਾਬ ਦੇ ਵਿੱਚ ਕਰ ਦਈਏ ਉਹ ਹੋ ਜਾਏਗਾ, ਕਿਉਂਕਿ पुलिस साढ़े कोल है। जी, पर सवाल तो यही है ना कि आपके जो मालिकाना हक है, बाकायदा जमाबंदी दिखा रही है, तो उसके बावजूद भी आपको नोटिस किस है? क्या इसके ऊपर सवाल नहीं किए गए? ਇਹ ਨੋਟਿਸ ਦਾ ਜਵਾਬ ਇਹਨਾਂ ਕੋਲ ਹੈ ਹੀ ਨਹੀਂ ਹੈ। ਮੈਂ ਜਦੋਂ ਇਹ ਗੱਲ ਕਹੀ ਹੈ ਉਹਨਾਂ ਨੂੰ, ADC ਸਾਹਿਬ ਨੂੰ ਕਹੀ ਹੈ, ਕਹਿੰਦੇ ਜੀ ਅਸੀਂ ਜਲਦੀ ਤੋਂ ਜਲਦੀ ਇਹਦੇ ਫੈਸਲਿਆਂ ਨੂੰ ਖਿਲਾਫ ਕਰਕੇ, ਆਹ ਦੇਖੋ ਹੁਣ ਜਿਹੜਾ ਸਾਡਾ ਕੇਸ ਇਹ ਹਾਈ ਕੋਰਟ ਵਿੱਚ ਲੈ ਕੇ ਗਏ ਇਹਦੇ ਵਿਰੁੱਧ, ਔਰ ਇਹ ਕੇਸ ਸਾਨੂੰ ਦੁਬਾਰਾ ਜਿਹੜਾ ਸੀਗਾ ਇਹ ADC D ਦੇ ਭੇਜ ਦਿੱਤਾ ਬੜੀ ਕਾਲੀ ਨਾਲ, ਜਿੱਥੋਂ ਸਾਨੂੰ ਇਹ ਖਦਸ਼ਾ ਹੈ ਕਿ ਇਹ ਜਲਦੀ ਤੋਂ ਜਲਦੀ ਸਾਡੇ ਵਿਰੁੱਧ ਖਿਲਾਫ ਕਰਕੇ ਕੇਸ ਨੂੰ, ਜਿਹੜਾ ਕਿ 2 ਵਾਰੀ ਅਦਾਲਤਾਂ 'ਚੋਂ ਸਾਡੇ ਹੱਕ ਵਿੱਚ ਹੋ ਚੁੱਕਿਆ ਹੈ। 20-25 ਸਾਲ ਤੋਂ ਅਸੀਂ ਜਮਾਬੰਦੀ ਦੇ ਉੱਤੇ ਮਾਲਕੀ ਖਾਨੇ 'ਚ ਬੈਠੇ ਹੋਏ ਹਾਂ। ਇਹ ਸਾਡੇ ਕਬਜ਼ੇ ਤੋੜਨ ਵਾਸਤੇ ਕੁਝ ਵੀ ਕਰ ਸਕਦੇ ਨੇ। ਇਸ ਕਰਕੇ ਅੱਜ ਸਾਨੂੰ ਇਹਨਾਂ ਸਾਰੇ ਵੀਰਾਂ ਦੇ ਨਾਲ ਖਲੋਣਾ ਪਿਆ ਤੇ ਖਲੋਤੇ ਰਵਾਂਗੇ। ਜਿੰਨੀ ਦੇਰ ਪੰਜਾਬ ਦੇ ਛੋਟੇ ਕਿਸਾਨ ਦਾ ਉਜਾੜਾ ਬੰਦ नहीं होएगा, उन्नी देर तक ਅਸੀਂ ਛੋਟੇ किसान ਦੇ ਨਾਲ ਖੜਾਂਗੇ। तो जैसे कि आप सुन सकते हैं कि SSM की तरफ से, संयुक्त किसान मोर्चे की तरफ से कदम उठाए जा रहे हैं कि जिन जिन किसानों के पुराने राइट्स हैं, जिनकी बाकायदा गद्दारियाँ हुई पड़ी हैं, जिनके ऊपर बाकायदा जमाबंदी में उनके बाकायदा ओनरशिप दिखाई जा रही है, उनको लीगल हेल्प दी जाए कि जो लीगली पॉसिबल है वो कदम वो उठा सके। अब सवाल ये होता है कि जो है किसानों ने सीधी बात कही है कि अगर इन्हें हटाया जा रहा है तो ये जाएँ कहाँ, क्योंकि कई ऐसे परिवार हैं जो यहाँ पे 1900 से यहाँ पे बसे हुए हैं, यहाँ पे 1900 से काम कर रहे हैं, खेतों को जिन्होंने बंजर ज़मीन को इन्होंने उपजाऊ बनाया, पर अब उन्हें हटाया जा रहा है। तो सवाल बड़े हैं और किसानों ने भी सरकार के आगे एक सवाल रख दिया है कि हम जाएं तो जाएं कहाँ। कैमरा अलजिंदर के साथ अमित कुमार। ਸੋ ਨਜਾਇਜ਼ ਕਬਜ਼ਿਆਂ ਦੇ ਉੱਤੇ ਪੰਜਾਬ ਸਰਕਾਰ ਦਾ ਸਕੰਜਾ ਲਗਾਤਾਰ ਕੱਸਿਆ ਹੋਇਆ ਨਜ਼ਰ ਆ ਰਿਹਾ, ਪਰ ਕਿਤੇ ਨਾ ਕਿਤੇ ਜੋ ਕਿਸਾਨ ਨੇ ਉਹ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਨਜ਼ਰ ਆ ਰਹੇ ਨੇ। ਅਮਿਤ ਸਾਡੇ ਨਾਲ ਜੁੜੇ ਨੇ ਚੰਡੀਗੜ੍ਹ ਤੋਂ। ਜੀ ਅਮਿਤ, ਲਗਾਤਾਰ ਜੋ ਹੈ ਉਹ ਕਿਸਾਨਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਮਾਲਕਾਨਾ ਹੱਕ ਨੇ। ਉਹ ਦਸਤਾਵੇਜ਼ ਲੈ ਕੇ ਅੱਜ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਪਹੁੰਚੇ ਹੋਏ ਨੇ, ਤਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਤੇ ਕਿਸ ਤਰ੍ਹਾਂ ਦੇ ਨਾਲ ਜੋ ਕਿਸਾਨਾਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਨੇ ਪਰ ਉਹ ਆਪਣੇ ਦਸਤਾਵੇਜ਼ ਲੈ ਕੇ ਅੱਜ ਪਹੁੰਚੇ ਨੇ? जी परम बिल्कुल, अगर मैं बात करूं, देखिए आज जो गुरुद्वारा अंब साहिब में एक लीगल गया था SSM की तरफ से, उन्होंने एक लाइट कॉल दी गई थी कि जिन जिन किसानों की अगर हम कहें कि जमीनों पे कब्जा या उनको नोटिस आया हटाया जा रहा है, तो एक बार अपनी लीगल सेल के पास पहुंचे। और इस रिस्पांस का खुद जब हमने SSM के अधिकारियों से बात की तो उनको भी इतनी उम्मीद नहीं थी कि इतनी बड़ी संख्या में यहाँ पे लोग पहुंचेंगे। उन्हें लगा था कि शायद कुछ ही लोग होंगे जो यहाँ पहुंचेंगे जिनके पास ऑलरेडी राइट्स है, पर किसी कारण उनको नोटिस आ गए। तो उनके लिए जो लीगल हेल्प हो सकती थी, जो लीगल सहायता दी जा सकती थी, उसे कंसिडर किया जाएगा। पर जो लोगों की संख्या पहुंची, तो अगर माने कि पहला दिन था इस कॉल का और इसमें ही तकरीबन 2000 के करीब लोग पहुंच चुके हैं। लोग अपने साथ बाकायदा फाइलें लाए जिसमें गिरदावरियां हैं, जिनमें उनके बाकायदा जमाबंदियां हैं, जिनमें उनको पुरानी 20-25 साल पुरानी उनकी अगर ओनरशिप दिखाई जा रही है। कई ऐसे हैं जिनके केसेस पे स्टे लगे हुए, उनकी जमीन के ऊपर स्टे लगे हुए। कई ऐसे केसेस हैं जिनको बाकायदा कोर्ट से वो जीत चुके हैं, पर उसके बावजूद भी उन्हें राइट्स नहीं मिला। तो यही सब सवाल, यही सब अपना हक लेकर किसानों के तो अब ऑप्शन नहीं मिल रहा था कि सरकार की तरफ से तो सभी कब्जे हटाए जा रहे हैं, तो उनके सवाल था कि वो जाएं तो जाएं कहाँ। तो अब एक मुहिम शुरू की गई SSM की तरफ से कि बाकायदा एक लीगल सेल बैठाया गया जो किसानों को अवेयर करा रहा है कि आप लीगली क्या कर सकते हैं। जिनके पास स्टे है उनको आगे क्या प्रक्रिया रखनी चाहिए, जिनके पास कोई स्टे नहीं है उनका पहले उनको ये चेक कि क्या आपकी सरकारी जमीन है या फिर ये जमीन आपके पास पुश्तैनी जमीन है, उन सभी फैक्टर्स को चेक कराया जा रहा है। और उनके फिर जब सारी डिटेल लेकर लीगल स्टेप्स के लिए इनिशिएट किया जा रहा है कि अगर कोर्ट में आने की जरूरत है कोर्ट में जाया जाएगा, अगर नोटिस का जवाब देने की जरूरत है तो नोटिस का जवाब दिया जाएगा। तो इन सभी चीजों के तहत प्रोसेस स्टार्ट किया गया। पर जो पहला कदम अगर हम क्या उठाया गया उसमें रिस्पॉन्स लोगों का बहुत है। तो कहीं ना कहीं जो एक तरफ जो सरकार की तरफ से जमीन के कब्जे हटाए जा रहे हैं, ये स्टेप तो अच्छा है, पर इसका असर कहीं ना कहीं गरीब किसानों पे पड़ रहा है। तो अब सरकार को ये बहुत ज्यादा जरूरत है कि इसमें ग्रेडेशन की जाए या फिर हम कहेंगे बराबर से
अब कि हम कहें कि सेक्शन बनाए कि जिन जमीनों के ऊपर स्टेज लगे हुए हैं उन्हें मांग किया जाए, जिन जमीनों के ऊपर अगर हम कहें कोर्ट केस पेंडिंग है उनको अलग से मांग किया जाए, बिल्कुल। जिन जमीनों पे कुछ स्टे नहीं कुछ सिर्फ कब्जे हैं उन कब्जों को छुड़ाया जाए, ताकि जो लोग एक्चुअल में बाय लॉ वहां पे ओनरशिप के साथ लेके बैठे एटलीस्ट उनको राहत मिले, एटलीस्ट उनको कहीं ना कहीं कोर्ट के धक्के एक्स्ट्रा ना खाने पड़े, क्योंकि ऑलरेडी वो स्टे लेके बैठे हैं। पर अब ये देखना है सरकार इसके ऊपर क्या कदम उठाएगी, क्योंकि ये मसला धीरे धीरे अगर हम कहेंगे जहाँ स्टार्ट छोटा सा हुआ था पर अब धीरे धीरे बिल्कुल। बढ़ता जा रहा है। जी पर ਬਿਲਕੁਲ ਬਿਲਕੁਲ ਅਮਿਤ, ਸਹੀ ਗੱਲ ਆਖੀ ਹੈ ਤੁਸੀਂ ਨੇ। ਤੇ ਜਿਸ ਤਰ੍ਹਾਂ ਦੇ ਨਾਲ ਕਿਸਾਨ ਜੋ ਨੇ ਉਹ ਦਸਤਾਵੇਜ਼ ਲੈ ਕੇ ਬੈਠੇ ਹੋਏ ਨੇ, ਪਰ ਕੁਝ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਜਦੋਂ ਵੰਡ ਹੋਈ ਸੀ ਤਾਂ ਇੱਥੇ ਆਏ ਤਾਂ ਉਹਨਾਂ ਨੇ ਜੋ ਬੰਜਰ ਜ਼ਮੀਨਾਂ ਸੀਗੀਆਂ, ਜੰਗਲ ਸੀਗੇ, ਉਹਨਾਂ ਨੂੰ ਵਾਹ ਕੇ ਉਸ ਨੂੰ ਉਪਜਾਊ ਬਣਾਇਆ ਤੇ ਉਸ ਦੇ ਉੱਤੇ ਫਸਲਾਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ, ਪਰ ਉਹਨਾਂ ਕੋਲ ਦਸਤਾਵੇਜ਼ ਜੋ ਹੈ ਉਹ ਕਿਤੇ ਨਾ ਕਿਤੇ ਨਹੀਂ ਆ ਜਾਂ ਉਹਨਾਂ ਨੂੰ ਹੁਣ ਕਢਵਾਣੇ ਪੈ ਰਹੇ ਨੇ। ਤਾਂ ਉਹਨਾਂ ਦੇ ਉੱਪਰ ਕਿਸ ਤਰ੍ਹਾਂ ਦਾ ਐਕਸ਼ਨ ਦੇਖਣ ਨੂੰ ਮਿਲ ਸਕਦਾ ਕਿ ਸਰਕਾਰ ਦਾ? पर हम देखिए ये बड़ा सवाल यही है कि अगर हम देखते हैं आमतौर पे जब हम पिंडों में जाते हैं तो कई बार फैमिलीज नहीं चेंज कराती नाम। अगर हम चल रहा है कि हम कहते हैं कि कईयों के दादे परदादों के नाम पे जमीन बोल रहे हैं, सीधे तौर पे ये है कि फैमिली में बंटवारा होता है, स्प्लिट होती जाती है प्रॉपर्टी, पर वो आपस में सहमति में होता है कि ठीक है हम लोग नहीं कराए क्योंकि खर्चा आता है। आमतौर पे पिंडों में यही चलता आ रहा है कि दादे या परदादे के नाम पे जमीन है। पर अब सवाल यही है कि सरकार ने जब अपने इनिशिएशन शुरू किया, जब सरकार ने कब्जे चेक करने शुरू किए, तो ऐसे में कई केसेस आ गए कि पुराने नाम है और वो चीजें ऑन रिकॉर्ड अगर हम चेक कराएं तो वो एक लंबे प्रोसेस में बहुत ही कॉम्प्लिकेटेड प्रोसेस है। क्योंकि एक तरफ खुद अगर हम कहें पंचायत मंत्री की तरफ से ये बकायदा एक बयान आ चुका है जिसमें हमने कि उनको भी नहीं पता कि कई बार तो ऐसी चीजें हैं कि ये उनको उनके पास भी ऑफिशियल रिकॉर्ड नहीं है कि ये जमीन क्या पंचायती है या फिर लोगों के होने, क्योंकि इतने लंबे समय से चला आ रहे हैं लोगों के अंडर। तो यही सवाल खड़े हैं और वही लोग अब सवाल लेके खड़े हुए कि हमारे पास ये पुराने जमीन है, हमारे पास बकायदा इनकी जमाबंदी है, रजिस्ट्रियां तक हैं लोगों के पास कि रजिस्ट्रियां तक दिखा रहे हैं, पर वो रजिस्ट्रियां अब इनवैलिड हो चुकी हैं क्योंकि कहीं ना कहीं केसेस हैं कहीं किसी ना किसी प्रोसेस की तरह। तो अब सवाल है कि क्या वो लोग जो गरीब हैं क्या वो दोबारा से 12 लाख के 50 लाख की रजिस्ट्रियां कराएं? तो ये सवाल खड़े कर रहे हो कि हम अब जाएं तो जाएं कहाँ, क्योंकि हमने मेहनत की, जो बंजर जमीन है इसको उपजाऊ बना लिया, पर अब जब वो उपजाऊ बन गया है तो क्या सरकार वो हमसे जो हमारी मेहनत है खून पसीने से जो जमीन हमने सींची है, जो उपजाऊ बनाई है, जिसे वो अपना पालन पोषण कर रहे हैं, क्या वो वापस ले लेगी? इसके लिए अब किसान खड़े होने दोबारा शुरू हो गए, पर अगर इसका हल नहीं हुआ ठीक है अमित, शुक्रिया तमाम जानकारी दे वास्ते।